ਅਸੀਂ ਜਿੰਨੇ ਜੰਗ ਦੇ ਮੈਦਾਨ 'ਚ ਤਕੜੇ ਆ ਉਹਨਾਂ ਦੇ ਕਹਿਣ ਦਾ ਮਤਲਬ ਵੀ ਇਹੀ ਸੀ। ਅਸੀਂ ਟੇਬਲ ਤੇ ਵੀ ਉਨੇ ਹੀ ਤਕੜੇ ਆ। ਜੇ ਅਸੀਂ ਇੱਥੇ ਤਕੜੇ ਨਾ ਹੁੰਦੇ ਉੱਥੇ ਅਸੀਂ ਤਕੜੇ ਨਹੀਂ ਹੋਣਾ ਸੀ, ਕਿਸੇ ਨੇ ਨਹੀਂ ਮਿਲਣਾ ਸੀ ਸਾਨੂੰ। ਇਹ ਵੱਖਰੀ ਗੱਲ ਆ ਵੀ ਇੰਨੇ ਤਗੜੇ ਹੋਣ ਦੇ ਬਾਅਦ ਵੀ ਸਾਨੂੰ ਗੇਟ ਤੇ ਖੜਾ ਕੇ, ਸੜਕ ਤੇ ਖੜਾ ਕੇ ਸਾਡੇ ਨਾਲ ਪਹਿਲਾਂ ਗੱਲਬਾਤ ਕੀਤੀ ਗਈ। ਬਾਪੂ ਜੀ ਨੇ ਬੜੇ ਸਿੱਧੇ ਸ਼ਬਦਾਂ 'ਚ ਇਹ ਗੱਲ ਬਿਆਨ ਕਰਤੀ, ਕਿਉਂਕਿ ਜਦੋਂ ਉੱਥੇ ਇਹੋ ਜਿਹੀਆਂ ਸ਼ਖਸੀਅਤਾਂ ਜਿਹੜੀਆਂ ਸਨਮਾਨ ਦੇ ਯੋਗ ਆ, ਉਹਨਾਂ ਸ਼ਖਸੀਅਤਾਂ ਨੂੰ ਤੁਸੀਂ ਰੋਡ ਤੇ ਖੜਾ ਕੇ ਤੇ ਉੱਥੇ ਗੱਲਬਾਤ ਕਰ ਰਹੇ ਹੋ, ਇਹਦੇ ਤੋਂ ਇੱਕ ਤੁਹਾਡੇ ਅੰਦਰ ਹਿਊਮਨ ਵੈਲਿਊਜ਼ ਆ ਨਾ, ਜਿਹੜੀਆਂ ਇਨਸਾਨੀਅਤ ਦੀਆਂ ਤੁਸੀਂ ਹਮੇਸ਼ਾ ਇਹ ਗੱਲ ਕਰਦੇ ਆ, ਉਹਦਾ ਪਤਾ ਲੱਗਦਾ ਵੀ ਤੁਸੀਂ ਕਿੰਨੇ ਕੁ ਸੁਹਿਰਦ ਹੋ। ਉਦੋਂ ਬਾਅਦ 4 ਬੰਦਿਆਂ ਨੂੰ ਅੰਦਰ ਜਾਣਾ ਅਲਾਓ ਹੋਇਆ। ਉਸ ਤੋਂ ਪਹਿਲਾਂ ਜਿਹੜੇ ਚਹਿਲ ਸਾਹਿਬ ਆ, SSP ਸਾਹਿਬ, ਉਹਨਾਂ ਦਾ ਫੋਨ ਆਇਆ, ਕਿਉਂਕਿ ਇੱਥੇ ਸੰਗਤ ਨਾਲ ਇੱਕ ਇੱਕ ਗੱਲ ਕਰਨੀ ਬੜੀ ਜ਼ਰੂਰੀ ਆ। ਔਰ ਚਹਿਲ ਸਾਹਿਬ ਦਾ ਫੋਨ, ਮੇਰੀ ਗੱਲ ਉਹਨਾਂ ਨਾਲ ਕਰਾਈ ਗਈ। ਚਹਿਲ ਸਾਹਿਬ ਕਹਿੰਦੇ ਵੀ ਗਵਰਨਰ ਸਾਹਿਬ 85 ਸਾਲ ਉਮਰ ਆ ਉਹਨਾਂ ਦੀ ਤੇ ਬਿਮਾਰ ਵੀ ਆ, ਜੇ ਤੁਸੀਂ ਉਹਨਾਂ ਦੇ ਜਿਹੜੇ ਇਮੀਡੀਏਟ ADC ਆ, ਜਿਹੜੇ ਉਹਨਾਂ ਦੇ ਨਾਲ ਹਰ ਸਮਾਂ ਰਹਿੰਦੇ ਆ, ਉਹਨਾਂ ਨੂੰ ਜੇ ਇਹ ਮੈਮੋਰੈਂਡਮ ਆਪਦਾ ਦੇ ਕੇ ਚਲੇ ਜਾਓ। ਅਸੀਂ ਇਹ ਕਿਹਾ ਜੀ ਪਹਿਲਾਂ ਤੁਸੀਂ ਐਂ ਕਰੋ, ਸਾਨੂੰ ADC ਸਾਹਿਬ ਕੋਲੇ ਲੈ ਚੱਲੋ। ਅਸੀਂ ਉਹਨਾਂ ਦੇ ADC ਸਾਹਿਬ ਕੋਲੇ ਗਏ ਅੰਦਰ, ਇਸ ਪੂਰੇ ਉਹਨਾਂ ਨੂੰ ਜਾ ਕੇ ਗੱਲ ਸਮਝਾਈ। ਹੁਣ ਸਾਡੇ ਚਲੋ ਅਸੀਂ ਤਾਂ ਪਾਣੀ ਪੀਏ ਨਾ ਪੀਏ, ਪਰ ਬਾਪੂ ਜੀ ਵਰਗੀਆਂ ਸ਼ਖਸੀਅਤਾਂ, ਚਹਿਲ ਸਾਹਿਬ ਜਾਂ ਹੋਰ ਜਿਹੜੀਆਂ ਸਾਡੀਆਂ ਸਾਰੀਆਂ ਸਨਮਾਨਯੋਗ ਸ਼ਖਸੀਅਤਾਂ ਸੀ, ਯੋਗਰਾਜ ਸਾਹਿਬ ਵੀ ਸੀ, ਕਿਸੇ ਨੇ ਪਾਣੀ ਦਾ ਗਲਾਸ ਤੱਕ ਨਹੀਂ ਪੁੱਛਿਆ। ਉਸ ਤੋਂ ਬਾਅਦ ਅੰਦਰ ADC ਸਾਹਿਬ ਨੂੰ ਗੱਲ ਦੱਸੀ। ਉੱਥੇ ਮੈਂ ਮਾਣ ਆ ਮੈਨੂੰ, ਬਾਪੂ ਜੀ ਨੇ ਖੜੇ ਹੋ ਕੇ ਇੱਕ ਗੱਲ ਕਹੀ ਵੀ ਸਾਨੂੰ ਤੁਸੀਂ ਗੁਲਾਮੀ ਦਾ ਅਹਿਸਾਸ ਨਾ ਕਰਾਓ। ਅਸੀਂ ਤੁਹਾਡੇ ਕੋਲੇ ਉਹ ਬੰਦੀ ਸਿੰਘਾਂ ਦੀ ਰਿਹਾਈ ਦੀ ਭੀਖ ਮੰਗਣ, ਲਿਟਰਲੀ ਇਹ ਗੱਲ ਯੂਜ਼ ਕੀਤੀ, ਕਿਉਂਕਿ ਉਦੋਂ ਪਹਿਲਾਂ ਇੱਕ ਪੂਰਾ 1.5-2 ਘੰਟੇ ਦੀ ਜਿਹੜੀ ਇੱਕ ਸੜਕ ਤੇ ਖੜੇ ਹੋ ਕੇ ਆਪਦੇ ਆਪ 'ਚ ਜਲੀਲ ਹੋਣਾ ਨਾ, ਉਹ ਕਈ ਵਾਰੀ ਬਜ਼ੁਰਗਾਂ ਨੂੰ ਇਹ ਗੱਲ ਸੋਚਣ ਤੇ ਮਜਬੂਰ ਕਰ ਦਿੰਦਾ, ਤੇ ਗੱਲ ਵੀ ਸੱਚੀ ਆ। ਸੋ ਬਾਪੂ ਜੀ ਨੇ ਉਹਨਾਂ ਨੂੰ ਇਹ ਗੱਲ ਕਹੀ ਵੀ ਤੁਸੀਂ ਸਾਨੂੰ ਗੁਲਾਮੀ ਦਾ ਅਹਿਸਾਸ ਨਾ ਕਰਾਓ ਇਸ ਤਰ੍ਹਾਂ ਵਿਹਾਰ ਕਰਕੇ। ਫਿਰ ਉਹਨਾਂ ਨਾਲ ਥੋੜ੍ਹੀ ਗੱਲਬਾਤ ਹੋਈ। 2 ਜਾਣਿਆਂ ਨੂੰ, ਚਹਿਲ ਸਾਹਿਬ ਨੂੰ ਤੇ ਮੈਨੂੰ, ਉਹ ਅੰਦਰ ਲੈ ਗਏ। ਅੰਦਰ ਗਵਰਨਰ ਸਾਹਿਬ ਬੈਠੇ ਸੀ ਸਾਡੇ ਜਾਣ ਤੋਂ ਪਹਿਲਾਂ। ਉਹਨਾਂ ਨੇ ਸਾਡੇ ਤੋਂ ਮੈਮੋਰੈਂਡਮ ਲਿਆ ਤੇ ਉਹਨਾਂ ਨੇ ਕਿਹਾ ਜੀ ਇਹਦੇ 'ਚੋਂ ਕਿਹੜੇ ਬੰਦੇ ਉਹ ਆ ਸਾਡੇ ਬੰਦੀ ਸਿੰਘ ਜਿਨ੍ਹਾਂ ਦੇ 25 ਸਾਲ ਪੂਰੇ ਹੋ ਚੁੱਕੇ ਆ ਜਾਂ ਸਜ਼ਾਵਾਂ ਉਦੋਂ ਵੱਧ ਆ। ਅਸੀਂ ਉਹਨਾਂ ਨੂੰ ਕਿਹਾ ਜੀ ਤੁਹਾਨੂੰ ਡਿਟੇਲਸ ਦੇ ਨਾਲ ਕਸਟਡੀ, ਜਿਹੜੇ ਇੱਕ ਕਸਟਡੀ ਦੇ ਇੱਕ ਲੈਟਰ ਮਿਲਣਗੇ ਜੇਲ੍ਹ ਤੋਂ ਵੀ ਕਿੰਨੀ ਕਸਟਡੀ ਇਹਨਾਂ ਦੀ ਪੂਰੀ ਹੋ ਚੁੱਕੀ ਆ, ਅਸੀਂ ਉਹਦੇ ਨਾਲ ਤੁਹਾਡੇ ਕੋਲੇ ਸਾਰੀ ਡਿਟੇਲ ਭੇਜ ਦਾਂਗੇ। ਤੇ ਉਹ ਕਹਿੰਦੇ ਵੀ ਮੈਂ 10 ਬੰਦਿਆਂ ਦੀ ਲਿਸਟ ਆ ਜਿਹੜੀ, ਉਹ UT ਦੇ ਹੋਣ, ਉਹ UT ਤੋਂ ਬਾਹਰ ਦੇ ਹੋਣ, ਮੈਂ ਉਹਨੂੰ ਰਿਕਮੈਂਡ ਕਰੂੰਗਾ, ਆਪਦਾ ਅਧਿਕਾਰ ਜਿਹੜਾ ਕਹਿੰਦੇ ਮੈਂ ਯੂਜ਼ ਕਰੂੰਗਾ ਤੇ ਮੈਂ ਉਹਨਾਂ ਨੂੰ ਛੱਡ ਦੂੰਗਾ। ਇਸ ਗੱਲ ਤੇ ਅਸੀਂ ਉਹਨਾਂ ਕੋਲੇ ਗੱਲ ਇਹ ਰੱਖੀ ਵੀ ਇੱਕ ਵਾਰੀ ਤੁਹਾਨੂੰ ਹੋਰ ਜੇ ਅਸੀਂ ਟਾਈਮ ਲੈ ਕੇ ਮਿਲਿਆ ਜਾ ਸਕਦਾ। ਅੱਛਾ, ਆਹ ਲਫ਼ਜ਼ ਉਹਨਾਂ ਦੇ ਹੁਣ ਜਿਹੜੇ ਯਾਦ ਰੱਖਣ ਵਾਲੇ ਆ ਤੇ ਇਹ ਸਾਡੇ ਯਾਦ ਵੀ ਹੋਣੇ ਚਾਹੀਦੇ ਆ। ਕਹਿੰਦੇ ਕੀ ਕੋਈ ਲੋੜ ਨਹੀਂ, ਇੱਕ ਗਵਰਨਰ ਤੁਹਾਨੂੰ ਕਹਿ ਰਿਹਾ UT ਵਾਲੇ ਜਿਹੜੇ ਸਾਡੇ ਬੰਦੀ ਸਿੰਘ ਆ ਉਹ ਇਮੀਡੀਏਟਲੀ ਮਤਲਬ ਫੌਰਨ ਛੱਡੇ ਜਾਣਗੇ, ਤੁਸੀਂ ਆਪਦੀ ਸਾਰੀ ਲਿਸਟ ਭੇਜੋ, ਡਿਟੇਲਸ ਭੇਜੋ। ਤੇ ਜਿਹੜੇ ਬਾਹਰ ਦੇ ਸਾਡੇ ਬੰਦੀ ਸਿੰਘ ਆ ਉਹਨਾਂ ਦੀ ਮੈਂ ਰਿਕਮੈਂਡੇਸ਼ਨ ਪਾਊਂਗਾ, ਚੀਫ ਸੈਕਟਰੀਜ਼ ਨੂੰ ਲਿਖੂੰਗਾ ਤੇ ਉਹਨਾਂ ਦੀ ਵੀ ਸਾਰੀ ਰਿਪੋਰਟ ਮੰਗਾ ਲੂੰਗਾ। 10 ਬੰਦੀ ਸਿੰਘਾਂ ਦੀ ਲਿਸਟ ਬਣਾ ਕੇ ਭੇਜ ਦਿਓ। ਮੈਂ 10 ਬੰਦੀ ਸਿੰਘਾਂ ਨੂੰ ਪੂਰਾ ਕੋਸ਼ਿਸ਼ ਇਹ ਕਰੂੰਗਾ ਵੀ ਅਸੀਂ ਉਹਨਾਂ ਨੂੰ ਛੱਡ ਦਈਏ, ਵੀ ਵਾਅਦਾ ਹੀ ਕਰਤਾ ਸਾਡੇ ਨਾਲ। ਪਰ ਇੱਕ ਗੱਲ ਸਾਡੇ ਲਈ ਸਮਝਣੀ ਬਹੁਤ ਜ਼ਰੂਰੀ ਆ, ਅਸੀਂ ਅਵੇਸਲੇ ਨਹੀਂ ਹੋ ਸਕਦੇ। ਸਾਨੂੰ ਸਿਰਫ ਜ਼ੁਬਾਨੀ ਕਲਾਮੀ ਇਹ ਵਾਅਦਾ ਕੀਤਾ ਗਿਆ ਤੇ ਇੱਕ ਇੱਕ ਗੱਲ ਆ ਕੇ ਆਪਾਂ ਇੱਥੇ ਸੰਗਤ ਦੇ ਸਾਹਮਣੇ ਜੋ ਹੋਈ ਉਹ ਉਸੇ ਰੂਪ 'ਚ ਕਰਤੀ ਆ। ਹੋ ਸਕਦਾ ਫਿਰ ਕੋਈ ਨਾ ਕੋਈ ਕੁੰਡੀ ਵਿੱਚੋਂ ਅੜਾ ਲੈਣ, ਬਿਕਾਜ਼ ਆਈ ਬੀਇੰਗ ਅ ਲਾਇਰ ਆਈ ਅੰਡਰਸਟੈਂਡ ਦਿਸ। ਸੋ ਸਾਨੂੰ ਅਵੇਸਲੇ ਨਹੀਂ ਅਸੀਂ ਹੋ ਸਕਦੇ, ਇਹ ਸਾਡਾ ਹੱਕ ਵੀ ਬਣਦਾ ਮੋਰਲ ਗਰਾਊਂਡਸ ਤੇ ਵੀ ਤੇ ਲੀਗਲ ਗਰਾਊਂਡਸ ਤੇ ਵੀ
ਦੇਖੋ ਕੱਲੇ ਲੀਗਲ ਗਰਾਊਂਡਸ ਦੀ ਗੱਲ ਵੀ ਨਹੀਂ ਆ, ਮੋਰਲ ਗਰਾਊਂਡਸ ਤੇ ਵੀ ਸਾਡਾ ਹੱਕ ਬਣਦਾ ਵੀ ਸਾਡੇ ਜਿਹੜੇ ਬੰਦੀ ਸਿੰਘ ਆ ਉਹਨਾਂ ਨੇ ਆਪਦੀਆਂ ਸਜ਼ਾਵਾਂ ਪੂਰੀਆਂ ਕਰ ਲੀਆਂ ਤੇ ਸਰਕਾਰ ਕੋਲੇ ਡਿਸਕ੍ਰਿਸ਼ਨਰੀ ਪਾਵਰਸ ਆ, ਜੇ ਪੋਲੀਟੀਕਲ ਵਿਲ ਹੋਵੇ ਉਹਨਾਂ ਦੀ ਤਾਂ ਉਹ ਛੱਡ ਸਕਦੇ ਆ। ਐਂਡ ਇਹ ਕਨਸਟੀਟਿਊਸ਼ਨ ਦਾ ਆਰਟੀਕਲ 21 ਇਹੀ ਕਹਿੰਦਾ the right to life must be protected. So their right to life beyond 25 years ਜਦੋਂ ਉਹਨਾਂ ਨੇ ਆਪਦੀਆਂ ਸਜ਼ਾਵਾਂ ਪੂਰੀਆਂ ਕਰ ਲਈਆਂ ਤੁਸੀਂ ਉਹ ਪ੍ਰੋਟੈਕਟ ਕਰੋ, ਉਹਨਾਂ ਨੂੰ ਛੱਡੋ, ਲੀਗਲ ਗਰਾਊਂਡਸ ਤੇ ਵੀ ਛੱਡੋ ਤੇ ਮੋਰਲ ਗਰਾਊਂਡਸ ਤੇ ਵੀ ਛੱਡੋ ਵੀ ਉਹ ਆਪਦੇ ਪਰਿਵਾਰਾਂ 'ਚ ਆ ਕੇ ਹੁਣ ਜੋ ਉਹਨਾਂ ਨੇ ਕੁਛ ਤੁਹਾਡੇ ਹਿਸਾਬ ਨਾਲ ਅਸੀਂ ਤਾਂ ਨਹੀਂ ਮੰਨਦੇ ਪਰ ਤੁਸੀਂ ਕਹਿੰਦੇ ਹੋ ਵੀ ਅਸੀਂ ਉਹਨਾਂ ਨੇ ਗਲਤ ਕੀਤਾ ਸੀ, ਅਸੀਂ ਨਿਆਂ ਦਿੱਤਾ, ਉਹ ਸਜ਼ਾ ਪੂਰੀ ਕਰਕੇ ਹੁਣ ਆਪਦੇ ਪਰਿਵਾਰਾਂ 'ਚ ਵਾਪਸ ਆਉਣ, ਸਾਡੇ 'ਚ ਵਾਪਸ ਆਉਣ, ਕੌਮ 'ਚ ਚੜ੍ਹਦੀ ਕਲਾ ਹੋਵੇ। ਸੋ ਗੱਲ ਇੱਥੇ ਆਪਾਂ ਜਕਾਰੇ ਲਾ ਕੇ ਤੁਰ ਜਾਈਏ ਮੁੜ ਕੇ ਫੇਰ ਉੱਥੇ ਦੀ ਉੱਥੇ ਰਹਿ ਜੇ ਤੇ ਅੱਜ ਸਾਡੀ ਇਸ ਜਿਹੜੀ ਅਸੀਂ ਇਹ ਯਤਨ ਕੀਤਾ, ਅਰਦਾਸ ਕੀਤੀ ਆ ਉਹ ਫਿਰ ਗੱਲ ਪੂਰੀ ਨਹੀਂ ਹੋਣੀ, ਅਵੇਸਲੇ ਨਹੀਂ ਹੋ ਸਕਦੇ। ਬਾਪੂ ਜੀ ਹੋਣੀ ਅਕਾਲ ਯੂਥ ਜਥੇਬੰਦੀ ਆ, ਨਾਲੇ ਫਿਰ ਬਾਪੂ ਸੂਰਤ ਸਿੰਘ ਖਾਲਸਾ ਜੀ ਨੇ ਇਹ ਬਹੁਤ ਪਹਿਲਾਂ ਇਹ ਗੱਲ ਸ਼ੁਰੂ ਕੀਤੀ ਸੀ ਬੰਦੀ ਸਿੰਘਾਂ ਨੂੰ ਛੁਡਾਉਣ ਦੀ, ਉਹਨਾਂ ਦਾ ਜ਼ਿਕਰ ਕਰਨਾ ਵੀ ਬਣਦਾ। ਸੋ ਅਗਲੇ ਪ੍ਰੋਗਰਾਮ ਦੀ ਜਿਹੜੀ ਮੇਰੇ ਖਿਆਲ 'ਚ ਕੋਈ ਇਹਨਾਂ ਨੇ ਉਲੀਕ ਕਰਨੀ ਆ, ਉਲੀਕਣਾ ਇਹ ਸਾਡੇ ਜਿਹੜੀਆਂ ਸਾਰੀਆਂ ਸਨਮਾਨਯੋਗ ਸ਼ਖਸੀਅਤਾਂ ਉਹ ਆਪਸ 'ਚ ਇਕੱਠੇ ਬੈਠ ਕੇ ਉਲੀਕਣਗੇ। ਆਪਾਂ ਜਿਵੇਂ ਤੁਸੀਂ ਤੇ ਮੈਂ ਬਸ ਉਸ ਲੀਹ ਤੇ ਤੁਰਨ ਵਾਲੇ ਆ, ਬੜੇ ਸ਼ਾਂਤਮਈ ਤੇ ਬੜੇ ਹੀ ਇਸੇ ਰਿਸਪੌਂਸਿਬਲ ਤੇ ਜ਼ਿੰਮੇਵਾਰ ਨਾ ਅੰਦਾਜ਼ 'ਚ ਹੀ ਤੁਰਾਂਗੇ ਆਪਾਂ। ਜਿੱਥੇ ਦੇਖੋ ਆਪਾਂ ਕਿਸਾਨੀ ਅੰਦੋਲਨ 'ਚ ਵੀ ਕਹਿੰਦੇ ਰਹੇ ਵੀ ਇਹ ਜਿਹੜੀ ਸਪਿਰਿਟ ਆ ਨਾ, ਆ ਪੰਥਕ ਸਪਿਰਿਟ ਹੈ, ਕਿਸਾਨੀ ਅੰਦੋਲਨ ਦੀ ਵੀ ਰੀੜ੍ਹ ਦੀ ਹੱਡੀ ਆ ਦੇਖੋ ਸਾਹਮਣੇ ਆ ਸਾਡੇ, ਇਹੀ ਪੰਥਕ ਸਪਿਰਿਟ ਸਾਨੂੰ ਇੱਥੇ ਖਿੱਚ ਲਿਆਈ। ਇੰਨੀਆਂ ਕੁ ਗੱਲਾਂ ਅੱਜ ਆਪਾਂ ਇੱਥੇ ਕਰਨੀਆਂ ਸੀ। ਬਾਕੀ ਹੋਰ ਜਿਹੜੇ ਸਨਮਾਨਯੋਗ ਸਾਡੇ ਸਾਰੇ ਸੁਹਿਰਦ ਸ਼ਖਸੀਅਤਾਂ ਉਹ ਗੱਲਾਂ ਬਾਤਾਂ ਸਾਹਮਣੇ ਰੱਖਣਗੇ। ਜੇ ਮੇਰੇ ਤੋਂ ਕੁਛ ਮਿਸ ਹੋ ਗਈ ਹੋਵੇ, ਮੇਰੇ ਵੱਲੋਂ ਬਹੁਤ ਸਾਰਾ ਪਿਆਰ ਤੇ ਸਤਿਕਾਰ, ਤੇ ਮੈਨੂੰ ਇਹ ਮਾਣ ਨਹੀਂ ਬਖਸ਼ਿਆ ਗਿਆ ਅੱਜ, ਮੈਂ ਇਸ ਲਾਇਕ ਤਾਂ ਹੈ ਨਹੀਂ ਪਰ ਜਿੰਨੀ ਕੁ ਵੀ ਗੱਲ ਕਰ ਸਕਦੇ ਸੀ ਉਨੀ ਕਰ ਆਏ ਆ। ਤੇ ਬਹੁਤ ਸਾਰਾ ਪਿਆਰ ਸਤਿਕਾਰ ਇੱਕ ਵਾਰੀ ਫਿਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਉਹ ਅੰਦਰ ਲੈ ਕੇ ਫਿਰ ਇੱਕ ਕਮਰੇ 'ਚ ਮੀਟਿੰਗ ਕੀਤੀ ਵੀ ਉੱਥੇ ਇੱਕ DIG ਸਾਹਿਬ ਦੇ ਲੈਵਲ ਦੇ ਆਦਮੀ ਸੀ, ਉਹਨਾਂ ਨੂੰ ਕਹਿੰਦੇ ਜੀ ਤੁਸੀਂ ਮੈਮੋਰੈਂਡਮ ਦੇ ਕੇ ਚਲੇ ਜਾਓ। ਅਸੀਂ DIG ਸਾਹਿਬ ਨੂੰ ਬੈਠ ਕੇ ਵੀ ਗੱਲ ਕੀਤੀ ਵੀ ਅਸੀਂ ਗਵਰਨਰ ਸਾਹਿਬ ਨੂੰ ਮਿਲਣਾ ਆ, ਤੁਹਾਨੂੰ ਮੈਮੋਰੈਂਡਮ ਨਹੀਂ ਦੇਵਾਂਗੇ। ਉਹਨਾਂ ਨਾਲ ਵੀ ਸਾਡੀ ਵਾਹਵਾ ਚੇਰੀ ਜਿਹੜੀ ਹੈ ਬਹਿਸ ਹੁੰਦੀ ਰਹੀ। ਫਿਰ ਉਹਨਾਂ ਨੇ ਜਾ ਕੇ ਗਵਰਨਰ ਨੂੰ ਦੱਸਿਆ ਵੀ ਉਹ ਕਹਿੰਦੇ ਗਵਰਨਰ ਸਾਹਿਬ ਨੂੰ ਮਿਲਣਾ ਹੈ, ਉਸ ਤੋਂ ਸਿਵਾਏ ਅਸੀਂ ਮੈਮੋਰੈਂਡਮ ਨਹੀਂ ਦੇਣਾ। ਫਿਰ ਇਹ ਸਾਡਾ ਫੈਸਲਾ ਹੋਇਆ ਵੀ ਸਾਡੇ ਜਿੰਨੇ ਸੱਜਣ ਗਏ ਸਨ ਉਹਨਾਂ 'ਚੋਂ 2 ਸੱਜਣ ਜਿਹੜੇ ਗਵਰਨਰ ਸਾਹਿਬ ਨੂੰ ਮਿਲ ਲੈਣ। ਉੱਥੇ ਸੰਗਤ ਦੇ ਤੌਰ ਤੇ ਅਸੀਂ ਇਹ ਫੈਸਲਾ ਕੀਤਾ, ਦਾਸ ਦੀ ਡਿਊਟੀ ਲਾਈ, ਇੱਕ ਦੀਪ ਸਿੱਧੂ ਸਾਹਿਬ ਦੀ ਮੇਰੇ ਨਾਲ ਜਿਹੜੀ ਡਿਊਟੀ ਲਾਈ। ਅਸੀਂ 2 ਜਣੇ ਜਿਹੜੇ ਹੈ ਉਹ ਗਵਰਨਰ ਸਾਹਿਬ ਕੋਲ ਗਏ। ਗਵਰਨਰ ਸਾਹਿਬ ਨੇ ਸਾਨੂੰ ਜਿਹੜਾ ਹੈ ਸਾਡੇ ਕੋਲ ਜੋ ਲਿਖਤ ਸੀ ਮੈਮੋਰੈਂਡਮ ਜਿਹਨੂੰ ਅਸੀਂ ਕਹਿੰਦੇ ਆ, ਉਹਨਾਂ ਨੇ ਲੈ ਲਿਆ ਸਾਡੇ ਕੋਲ, ਲੈ ਕੇ ਉਹਨੂੰ ਪੜ੍ਹਿਆ ਤੇ ਪੜ੍ਹ ਕੇ ਉਹਨਾਂ ਨੇ ਇੱਕ ਗੱਲ ਸਾਨੂੰ ਕਹੀ ਵੀ ਤੁਸੀਂ ਜੋ ਲਿਖਿਆ ਇਹਦੇ 'ਚ ਬਿਲਕੁਲ ਠੀਕ ਲਿਖਿਆ ਵੀ ਤੁਹਾਡੇ ਬੰਦੇ 25 ਸਾਲ ਤੋਂ ਉੱਪਰ ਹੈਗੇ ਨੇ। ਤੇ ਅਸੀਂ ਕਿਹਾ ਵੀ ਹਾਂ ਅਸੀਂ ਜੋ ਲਿਖਿਆ ਬਿਲਕੁਲ ਠੀਕ ਹੈ, ਇਹ 25 ਸਾਲ ਤੋਂ ਸੱਜਣ ਜਿਹੜੇ ਨੇ ਸਾਡੇ ਅੰਦਰ ਨੇ, ਕੈਦ 'ਚ ਨੇ। ਉਹਨਾਂ ਨੇ ਫਿਰ ਦੁਬਾਰਾ ਪੁੱਛਿਆ ਵੀ ਜਿਹੜੇ ਕੈਦ ਨੇ ਤੁਸੀਂ ਇਹਨਾਂ ਦੀਆਂ ਤਰੀਕਾਂ ਤੇ ਨਹੀਂ ਲਿਖੀਆਂ ਵੀ ਕਦੋਂ ਤੋਂ ਕੈਦ ਨੇ, ਇਸ ਕਰਕੇ 25 ਸਾਲ ਮੈਨੂੰ ਨਹੀਂ ਸਮਝ ਆਉਂਦੀ ਵੀ ਕਿੱਦਾਂ ਪੂਰੀ ਹੁੰਦੀ ਹੈ। ਗੱਲ ਇੱਥੇ ਆ ਗਈ ਵੀ ਅਸੀਂ ਉਹਨਾਂ ਨੂੰ ਕਹਿ ਦਿੱਤਾ ਵੀ ਅਸੀਂ 25 ਸਾਲ ਦੀ ਜਿਹੜੀ ਇਹਨਾਂ ਦੀ ਜਿਸ ਤਰੀਕ ਤੋਂ ਅਰੈਸਟ ਹੋਏ ਨੇ ਉਹ ਤਰੀਕ ਤੁਹਾਨੂੰ ਅਸੀਂ 1 ਜਾਂ 2 ਦਿਨ 'ਚ ਸਾਰਾ ਭੇਜ ਦਿਆਂਗੇ। ਤੇ ਨਾਲ ਅਸੀਂ ਉਹਨਾਂ ਨੂੰ ਇਹ ਦੱਸਿਆ ਵੀ ਬਹੁਤੇ ਲੋਕ ਜਿਹੜੇ ਨੇ ਸਾਰੇ ਇਹ ਤੁਹਾਡੇ ਆਪਣੇ UT ਦੇ ਕੇਸ ਨੇ ਜਿਹਦੇ 'ਚ ਤੁਹਾਡੀ ਸਾਰੀ ਅਥਾਰਟੀ ਆ। ਜਦੋਂ ਇਹ ਗੱਲ ਅਸੀਂ ਉਹਨਾਂ ਨੂੰ ਦੱਸੀ ਵੀ UT ਦੇ ਸਾਰੇ ਜਿਹੜੇ ਸੱਜਣ ਨੇ ਸਿਵਾਏ 2-3 ਤੋਂ ਬਾਕੀ ਜਿਹੜੇ UT ਦੇ, ਉਹ ਕਹਿੰਦਾ ਫਿਰ ਮੈਂ ਤਾਂ ਸਭ ਤੋਂ ਸੁਪਰੀਮ ਇੱਥੇ, ਮੈਂ ਤੁਹਾਡੇ ਬੰਦੇ ਜ਼ਰੂਰ ਛੱਡਾਂਗਾ। ਇਹ ਦੁਬਾਰਾ ਉਹਨਾਂ ਨੇ ਕਈ ਦਫਾ ਕਿਹਾ ਵੀ ਮੈਨੂੰ 25 ਸਾਲ ਦੇ ਪੂਰੇ ਕਰ ਦਿਓ, ਵੀ 25 ਸਾਲ ਇਹਨਾਂ ਦੀ ਕੈਦ ਹੋ ਗਈ ਆ, ਮੈਂ ਛੱਡ ਦੂੰਗਾ। ਆਜੋ ਇਹ ਇੱਕ ਦਫਾ ਨਹੀਂ, ਉਹਨਾਂ ਨੇ ਕਈ ਦਫਾ ਦੁਹਰਾਇਆ ਹੈ ਵੀ ਜਿਹੜੇ ਤੁਹਾਡੇ 25 ਸਾਲ ਤੋਂ ਬੰਦੇ ਅੰਦਰ ਨੇ ਉਹਨਾਂ ਨੂੰ ਸਾਡਾ ਛੱਡਣਾ ਜਿਹੜਾ ਹੈ ਬਣਦਾ, ਅਸੀਂ ਛੱਡ ਦਿਆਂਗੇ।
ਤੇ ਨਾਲੇ ਉਹਨੇ ਜਦੋਂ ਇਹ ਗੱਲ ਅਸੀਂ ਕਹੀ ਤਾਂ ਉਹਨੇ ਇਹ ਵੀ ਗੱਲ ਕਹਿ ਦਿੱਤਾ ਵੀ ਚੰਡੀਗੜ੍ਹ ਦੇ ਵਿੱਚ ਤਾਂ ਮੈਂ ਸਭ ਤੋਂ ਸੁਪਰੀਮ ਆ, ਮੇਰੀ ਅਥਾਰਟੀ ਹੈ, ਤੇ ਇਸ ਕਰਕੇ ਇਹ ਬੰਦੇ ਜਿਹੜੇ ਛੱਡ ਦਿੱਤੇ ਜਾਣਗੇ। ਸੋ ਇਹ ਜਿਹੜਾ ਅੱਜ ਦਾ ਤੁਹਾਡਾ ਪ੍ਰੋਗਰਾਮ ਹੈ, ਇਹਦੇ ਵਿੱਚੋਂ ਇਹ ਜੋ ਨਤੀਜਾ ਹੈ ਅਸੀਂ ਸਨਮੁਖ ਤੁਹਾਡੇ ਰੱਖ ਦਿੱਤਾ ਹੈ। ਇਹ ਅੱਗੇ ਤੁਹਾਡੇ ਬਾਕੀ ਦੇ ਕੋਈ ਨਾ ਕੋਈ ਸੱਜਣ ਤੁਹਾਨੂੰ ਅੱਗੇ ਪ੍ਰੋਗਰਾਮ ਦੱਸਣਗੇ ਵੀ ਇਹਦਾ ਨਤੀਜਾ ਜਿਹੜਾ ਹੈ ਅੱਗੇ ਤੋਂ ਸਾਨੂੰ ਕੀ ਕਰਨਾ ਚਾਹੀਦਾ। ਸੋ ਇਹ ਬੇਨਤੀ ਹੈ ਵੀ ਜਿੱਥੇ ਤੁਸੀਂ ਸਵੇਰ ਦਾ ਇੰਨਾ ਚਿਰ ਇੱਥੇ ਵੱਡੀ ਮੁਸ਼ਕਲ 'ਚ ਰਹੇ ਆ, ਏਡੀ ਵੱਡੀ ਘਾਲਣਾ ਘਾਲੀਏ, ਇਹ ਜ਼ਰੂਰੀ ਵੀ ਸੀ। ਜਿਨ੍ਹਾਂ ਸੱਜਣਾਂ ਲਈ ਅਸੀਂ ਇਹ ਕਹਿ ਰਹੇ ਹਾਂ ਵੀ ਉਹਨਾਂ ਦੀ ਰਿਹਾਈ ਹੋਣੀ ਚਾਹੀਦੀ ਹੈ, ਉਹਨਾਂ ਨੇ ਸਾਡੇ ਲਈ ਸਭ ਕੁਝ ਕੀਤਾ ਸੀ, ਉਹਨਾਂ ਦਾ ਜਾਤੀ ਜਮਾਤੀ ਤੌਰ ਤੇ ਕੋਈ ਗੱਲ ਨਹੀਂ ਸੀ। ਸੋ ਇਸ ਗੱਲ ਦਾ ਅਸੀਂ ਸਾਰਿਆਂ ਦਾ ਇੱਕ ਦੂਜੇ ਦਾ ਧੰਨਵਾਦੀ ਹਾਂ ਜਿਨ੍ਹਾਂ ਨੇ ਏਡੀ ਵੱਡੀ ਜਿਹੜੀ ਹੈ ਜਦੋਜਹਿਦ ਤੇ ਹਿੱਸਾ ਲਿਆ। ਬਾਕੀ ਹੁਣੇ ਪ੍ਰੋਫੈਸਰ ਸਾਹਿਬ ਅੱਗਾ ਪ੍ਰੋਗਰਾਮ ਜਿਹੜਾ ਕੁਝ ਮਿੰਟਾਂ ਲਈ ਜਿਹੜਾ ਕਰਕੇ ਤੇ ਜੋ ਅੱਗੇ ਪ੍ਰੋਗਰਾਮ ਕਰਨਾ ਉਹਦੇ 'ਚ ਜਿਹੜਾ ਹੈ ਇੱਕ ਮਿੰਟ ਹੈ ਜੀ, ਉਹ ਜਿਹੜਾ ਹੈ ਅਗਲਾ ਪ੍ਰੋਗਰਾਮ ਜਿਹੜਾ ਹੋਏਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੱਸਾਂਗੇ। ਇੱਕ ਮਿੰਟ ਠਹਿਰ ਜਾਓ। ਜਿਵੇਂ ਕਿ ਐਡਵੋਕੇਟ ਚਾਲ ਸਾਹਿਬ ਜੋ ਕਿ ਜਥੇਦਾਰ ਜਗਤਾਰ ਸਿੰਘ ਜੀ ਹਵਾਰਾ ਅਤੇ ਹੋਰ ਬਹੁਤ ਸਾਰੇ ਬੰਦੀ ਸਿੰਘਾਂ ਦੇ ਵਕੀਲ ਨੇ, ਸਾਰੀ ਸਿਚੁਏਸ਼ਨ ਨੂੰ, ਸਾਰੇ ਹਾਲਾਤਾਂ ਨੂੰ ਬਹੁਤ ਗੰਭੀਰਤਾ ਨਾਲ ਜਾਣਦੇ ਨੇ। ਉਹ ਜਿਵੇਂ ਇਹਨਾਂ ਨੇ ਤੁਹਾਨੂੰ ਦੱਸਿਆ ਕਿ ਐਡਵੋਕੇਟ ਚਾਲ ਸਾਹਿਬ ਉਹਨਾਂ ਨੇ ਜੋ ਗਵਰਨਰ ਸਾਹਿਬ ਨਾਲ ਗੱਲਬਾਤ ਹੋਈ ਹੈ ਸਾਡੇ ਨਾਲ ਸਾਂਝੀ ਕੀਤੀ ਹੈ। ਅਸੀਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਦੇ ਹਾਂ ਕਿ ਗਵਰਨਰ ਕੋਲ ਸੰਵਿਧਾਨ ਦੀ ਧਾਰਾ 161 ਦੇ ਹੇਠ ਇਹ ਪਾਵਰ ਹੈ ਕਿ ਯੂਨੀਅਨ ਟੈਰੀਟਰੀ ਦੇ ਵਿੱਚ ਮਤਲਬ ਚੰਡੀਗੜ੍ਹ ਦੀ ਵਡਾਇਲ ਜੇਲ੍ਹ ਦੇ ਵਿੱਚ ਜਿਹੜੇ ਬੰਦੀ ਸਿੰਘ ਸਾਡੇ 25 ਸਾਲਾਂ ਤੋਂ ਵੱਧ ਸਮੇਂ ਤੋਂ ਜੇਲ੍ਹਾਂ 'ਚ ਨਜ਼ਰਬੰਦ ਨੇ ਉਹਨਾਂ ਨੂੰ ਗਵਰਨਰ ਛੱਡ ਸਕਦਾ ਹੈ। ਹੋਰ ਚਾਲ ਸਾਹਿਬ ਨੇ ਰਸਤੇ ਵਿੱਚ ਆਉਂਦੇ ਹੋਏ ਸਾਨੂੰ ਇਹ ਗੱਲ ਕਹੀ ਕਿ ਇੱਕ ਅੱਧੇ ਦਿਨ ਦੇ ਵਿੱਚ ਹੀ ਇਹ ਅਸੀਂ ਗੱਲਬਾਤ ਦਾ ਹਵਾਲਾ ਦੇ ਕਰਕੇ ਗਵਰਨਰ ਨੂੰ ਚਿੱਠੀ ਲਿਖ ਕਰਕੇ ਉਹ ਸਾਰੇ ਬੰਦੇ ਜਿਹੜੇ ਨੇ ਜਿਹਨਾਂ ਦੀ 25 ਸਾਲ ਤੋਂ ਵੱਧ ਜਿਹੜੀ ਸਜ਼ਾ ਹੋ ਚੁੱਕੀ ਹੈ ਪੂਰੀ, ਉਹਨਾਂ ਦੀ ਲਿਸਟ ਬਣਾ ਕੇ ਦੇ ਦਿਆਂਗੇ। ਹੋਰ ਸਾਨੂੰ ਯਕੀਨ ਹੈ ਕਿ ਇਹ ਬੰਦੇ ਜਿਹੜੇ ਨੇ ਬੰਦੀ ਸਿੰਘ ਜਿਹੜੇ ਨੇ ਛੱਡੇ ਜਾਣਗੇ। ਮੈਂ ਸਮਝਦਾ ਹਾਂ ਕਿ ਜਿੱਥੋਂ ਅੱਜ ਅਸੀਂ ਤੁਰੇ ਸੀਗੇ ਸਾਹਿਬਜ਼ਾਦਿਆਂ ਦੀ ਪਵਿੱਤਰ ਧਰਤੀ ਤੋਂ, ਉਹ ਧਰਤੀ ਜਿੱਥੋਂ ਕਿ ਸਾਨੂੰ ਸ਼ਕਤੀ ਮਿਲਦੀ ਹੈ, ਸ਼ਕਤੀ ਦਾ ਸੋਮਾ ਹੈ ਮਾਤਾ ਗੁਜਰੀ ਜੀ ਅਤੇ ਸਾਹਿਬਜ਼ਾਦੇ, ਉਸ ਪਵਿੱਤਰ ਧਰਤੀ ਤੋਂ ਜਿਹੜੀ ਤੁਸੀਂ ਅਰਦਾਸ ਕਰਕੇ ਤੁਰੇ ਹੋ, ਖਾਲਸਾ ਜੀ ਉਸ ਅਰਦਾਸ ਨੇ ਰੰਗ ਲਿਆਂਦਾ ਹੈ, ਉਸ ਜਜ਼ਬੇ ਨੇ ਰੰਗ ਲਿਆਂਦਾ ਹੈ। ਤੇ ਮੈਂ ਹੁਣ ਬੇਨਤੀ ਕਰਾਂਗਾ ਜਥੇਦਾਰ ਜਗਤਾਰ ਸਿੰਘ ਹਵਾਰਾ ਜੀ ਦੇ ਧਰਮ ਪਿਤਾ ਬਾਪੂ ਗੁਰਚਰਨ ਸਿੰਘ ਜੀ ਨੂੰ, ਉਹ ਆ ਕਰਕੇ ਸੰਗਤਾਂ ਦੇ ਨਾਲ ਆਪਣੇ ਬਚਨ ਸਾਂਝੇ ਕਰਨ। ਬਾਪੂ ਗੁਰਚਰਨ ਸਿੰਘ ਜੀ। ਬੰਦੀ ਸਿੰਘਾਂ ਦੀ ਰਿਹਾਈ ਮਾਰਚ ਵਿੱਚ ਪਹੁੰਚੇ ਗੁਰੂ ਰੂਪ ਖਾਲਸਾ ਜੀ ਸਭ ਤੋਂ ਪਹਿਲਾਂ ਦਾਸ ਆਪਣੇ ਵੱਲੋਂ ਤੇ ਸਿੰਘ ਸਾਹਿਬ ਜਥੇਦਾਰ ਜਗਤਾਰ ਸਿੰਘ ਹਵਾਰਾ ਵੱਲੋਂ ਬਲਾਈ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰੇ ਕੋਲ ਅੱਜ ਕੋਈ ਸ਼ਬਦ ਨਹੀਂ ਵੀ ਤੁਹਾਡਾ ਧੰਨਵਾਦ ਕਰ ਸਕਾਂ, ਜਿਨ੍ਹਾਂ ਨੇ ਜਥੇਦਾਰ ਜਗਤਾਰ ਸਿੰਘ ਹਵਾਰਾ ਨਾਲ ਐਡਾ ਵੱਡਾ ਪਿਆਰ ਦਿਖਾਇਆ। ਖਾਸ ਕਰਕੇ ਨੌਜਵਾਨਾਂ ਦਾ ਮੈਂ ਬਹੁਤ ਰਿਣੀ ਹਾਂ, ਜਿਨ੍ਹਾਂ ਨੇ ਅਨੁਸ਼ਾਸਨ 'ਚ ਰਹਿ ਕੇ ਸਵੇਰ ਤੋਂ ਹੁਣ ਤੱਕ ਇਹ ਸਫ਼ਰ ਪੂਰਾ ਕੀਤਾ। ਤੁਹਾਡੀ ਭਾਵਨਾਵਾਂ ਨੂੰ ਲੈ ਕੇ ਜੋ ਆਪਾਂ ਅੱਜ ਗਵਰਨਰ ਨੂੰ ਮੈਮੋਰੰਡਮ ਦੇਣ ਜਾ ਰਹੇ ਸੀ, ਸਾਨੂੰ ਸੇਵਾ ਲਾਈ ਗਈ, ਸਾਨੂੰ ਭੇਜਿਆ ਗਿਆ, ਪਰ ਖਾਲਸਾ ਜੀ ਮੈਂ ਸਪਸ਼ਟ ਕਰ ਦਿਆਂ ਬਈ ਉੱਥੇ ਪ੍ਰਸ਼ਾਸਨ ਨੇ ਸਾਨੂੰ ਬਹੁਤ ਜਲੀਲ ਕੀਤਾ। ਪਹਿਲਾਂ ਤਾਂ ਉਹਨਾਂ ਦਾ ਐਸਡੀਐਮ ਆ ਗਿਆ, ਕਹਿੰਦਾ ਜੀ ਮੈਨੂੰ ਮੈਮੋਰੰਡਮ ਦੇ ਦਿਓ, ਕਿਉਂਕਿ ਜਦ ਪ੍ਰਸ਼ਾਸਨ ਸਾਡੇ ਨਾਲ ਇੱਥੇ ਤੋਂ ਵਾਅਦਾ ਕਰਕੇ ਗਿਆ ਸੀ ਵੀ ਤੁਹਾਡਾ ਮੈਮੋਰੰਡਮ ਗਵਰਨਰ ਸਾਹਿਬ ਲੈਣਗੇ, ਪਰ ਸਾਨੂੰ ਬਾਰ-ਬਾਰ ਉੱਥੇ ਜਲੀਲ ਕੀਤਾ ਗਿਆ। ਉਸ ਤੋਂ ਬਾਅਦ
4 ਮੈਂਬਰੀ ਵਫਦ ਇੱਕ ਉਹਨਾਂ ਵਿੱਚੋਂ ਉਹਨਾਂ ਨੇ ਅੰਦਰ ਲੈ ਗਏ ਸਾਨੂੰ, ਜਿਸ ਵਿੱਚ ਦਾਸ, ਪ੍ਰੋਫੈਸਰ ਬਲਜਿੰਦਰ ਸਿੰਘ ਜੀ, ਦੀਪ ਸਿੱਧੂ, ਚਹਿਲ ਸਾਹਿਬ। ਦੇਖੋ ਅੱਜ ਲੋੜ ਹੈ ਸਾਨੂੰ ਉਸ ਪੜ੍ਹੇ ਲਿਖੇ ਨੌਜਵਾਨਾਂ ਦੀ। ਦੀਪ ਸਿੱਧੂ ਨੇ ਉਹਨਾਂ ਨੂੰ ਜਿਹੜੇ ਵੀ ਅਫਸਰ ਉਹਨਾਂ ਦੇ ਗੱਲਬਾਤ ਕਰਦੇ ਰਹੇ ਲਾਜਵਾਬ ਕਰ ਦਿੱਤਾ, ਕਿਉਂਕਿ ਇਹ ਹਰ ਇੱਕ ਪੱਖ ਤੋਂ ਜਾਣੂ ਸਨ। ਆਖਰ ਉਹਨਾਂ ਦਾ DIG ਆਇਆ ਸਾਡੇ ਕੋਲ, ਅਸੀਂ 4 ਬੈਠੇ ਸੀ। ਦਾਸ ਨੇ ਇਹਨਾਂ ਗੱਲ ਕਹਿ ਦਿੱਤੀ ਵੀ ਤੁਸੀਂ ਸਾਨੂੰ ਇੱਕ ਜਲੀਲ ਕਰਦੇ ਹੋ। ਜਿਹੜੀ ਸਿੱਖ ਕੌਮ ਇਸ ਦੇਸ਼ 'ਚ ਜਿਸ ਦਾ ਵੱਡਾ ਯੋਗਦਾਨ ਹੈ ਹਰ ਇੱਕ ਪੱਖ 'ਚ, ਉਹਨੂੰ ਤੁਸੀਂ ਜਲੀਲ ਕਰ ਰਹੇ ਹੋ। ਪਰ ਮੈਂ ਉਸ ਅਫਸਰ ਨੂੰ ਸਪਸ਼ਟ ਕਰ ਦਿੱਤਾ ਕਿ ਜਿਹੜੇ ਬੰਦੀ ਸਿੰਘਾਂ ਦੀ ਰਿਹਾਈ ਦੀ ਭੀਖ ਅੱਜ ਅਸੀਂ ਤੁਹਾਡੇ ਕੋਲ ਮੰਗਣ ਆਏ ਆ, ਉਹ ਤੁਹਾਡੇ ਸਿਸਟਮ ਨੇ ਵੀ ਉਹਨਾਂ ਨੂੰ ਮਜਬੂਰ ਕਰਕੇ ਇਸ ਪਾਸੇ ਤੋਰਿਆ ਸੀ। ਉਹ ਨਾ ਕਿਸੇ ਤਰ੍ਹਾਂ ਦੇ ਗਲਤ ਕੰਮ ਕਰਨ ਦੇ ਹਾਮੀ ਸਨ, ਪਰ ਤੁਹਾਡੇ ਸਿਸਟਮ ਨੇ ਹੀ ਉਹਨਾਂ ਨੂੰ ਮਜਬੂਰ ਕੀਤਾ ਇਸ ਪਾਸੇ ਤੁਰੇ ਹੋ। ਪਰ ਉਸ ਤੋਂ ਬਾਅਦ ਸਾਡਾ 2 ਮੈਂਬਰੀ ਵਫਦ ਅੰਦਰ ਗਵਰਨਰ ਨੂੰ ਮਿਲਾਉਣ ਵਾਸਤੇ ਲੈ ਕੇ ਗਏ, ਜਿਸ ਵਿੱਚ ਚਹਿਲ ਸਾਹਿਬ ਤੇ ਦੀਪ ਸਿੱਧੂ ਜੀ ਇਹ ਗਏ। ਚਹਿਲ ਸਾਹਿਬ ਨੇ ਇਹਦੇ ਬਾਰੇ ਤੁਹਾਨੂੰ ਦੱਸਿਆ। ਮੈਂ ਥੋੜੀ ਬੇਨਤੀ ਕਰਾਂਗਾ ਦੀਪ ਸਿੱਧੂ ਜੀ ਨੂੰ ਵੀ ਉਹ ਵੀ ਤੁਹਾਡੇ ਨਾਲ ਇਹ ਸਾਂਝੀ ਕਰ ਲੈਣ। ਮੈਂ ਤਾਂ ਤੁਹਾਡਾ ਜਿਹੜੇ ਇੱਕ ਕਦਮ ਚੱਲ ਕੇ ਆਏ ਹੈ, ਬਹੁਤ ਬਹੁਤ ਧੰਨਵਾਦ। ਤੁਹਾਡਾ ਚੜਾਇਆ ਕਰਜ਼ਾ ਇਹ ਕਦੇ ਪੂਰਾ ਨਹੀਂ ਕਰ ਸਕਦਾ। ਅੱਗੇ ਤੋਂ ਵੀ ਆਸ ਰੱਖਦੇ ਹਾਂ ਵੀ ਇਸ ਤੋਂ ਵੱਧ ਚੜ ਕੇ ਤੁਸੀਂ ਉਹਨਾਂ ਸਿੰਘਾਂ ਦੇ ਨਾਲ ਖੜੋਗੇ। ਖਾਲਸਾ ਜਿੰਦਾਬਾਦ ਜਿੰਦਾਬਾਦ। ਖਾਲਸਾ ਜੀ ਜਿਹੜੀ ਅੱਜ ਪੰਥਕ ਜਥੇਬੰਦੀਆਂ ਨੇ ਆਪਸੀ ਏਕਤਾ ਦਿਖਾਈ ਹੈ, ਇਹ ਵੀ ਸਾਡੇ ਵਾਸਤੇ ਬਹੁਤ ਵੱਡੀ ਗੱਲ ਹੈ। ਭਵਿੱਖ ਵਿੱਚ ਜੇ ਅਸੀਂ ਇਸੇ ਤਰ੍ਹਾਂ ਇੱਕ ਦੂਜੇ ਦੇ ਨਾਲ ਖੜ ਕੇ ਆਪਣੇ ਮਸਲੇ ਹੱਲ ਕਰਾ ਸਕਦੇ ਹਾਂ, ਭਾਵੇਂ ਹੁਣ ਜਿਸ ਤਰ੍ਹਾਂ ਨੌਜਵਾਨਾਂ ਦੇ ਝੂਠੇ ਕੇਸ ਪਾ ਕੇ ਜੇਲ੍ਹਾਂ ਵਿੱਚ ਭੇਜਿਆ ਗਿਆ, ਉਹਨਾਂ ਦੇ ਵੀ ਅਸੀਂ ਮਸਲੇ ਹੱਲ ਕਰਾ ਸਕਦੇ ਹਾਂ। ਸੋ ਮੈਂ ਅੰਤ ਵਿੱਚ ਫੇਰ ਇੱਕ ਵਾਰੀ ਆਈਆਂ ਸੰਗਤਾਂ ਦਾ ਧੰਨਵਾਦ। ਜਿਹੜੀ ਆਪਾਂ ਅਰਦਾਸ ਕਰਕੇ ਉੱਥੇ ਤੋਂ ਤੁਰੇ ਸੀ, ਉਸ ਨੂੰ ਬੂਰ ਪਿਆ। ਤੁਹਾਡੀ ਮਿਹਨਤ ਰੰਗ ਲਿਆਈ ਹੈ। ਉਸ ਗਵਰਨਰ ਨੇ ਵਾਅਦਾ ਕੀਤਾ ਕਿ ਮੈਂ ਗਵਰਨਰ ਹੋ ਕੇ ਇੱਕ ਤੁਹਾਡੇ ਨਾਲ ਵਾਅਦਾ ਕਰ ਰਿਹਾ ਵੀ ਜਿਹੜੇ 25 ਸਾਲ ਤੋਂ ਉੱਪਰ ਸਜ਼ਾ ਕੱਟ ਚੁੱਕੇ ਉਹਨਾਂ ਦੀ ਰਿਹਾਈ ਪੱਕੀ ਹੋਵੇਗੀ। ਇਹਦੇ ਬਾਰੇ ਸਾਡੇ ਬਹੁਤ ਹੀ ਸਤਿਕਾਰਯੋਗ ਬਲਦੇਵ ਸਿੰਘ ਜੀ ਸਿਰਸਾ ਤੁਹਾਡੇ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ ਤੇ ਉਹਦੇ ਬਾਅਦ ਬਾਪੂ ਗੁਰਚਰਨ ਸਿੰਘ ਜੀ ਤੁਹਾਡੇ ਨਾਲ ਫਤਿਹ ਦੀ ਸਾਂਝ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਬਹੁਤ ਹੀ ਖੁਸ਼ੀਆਂ ਭਰਾ ਦਿਨ ਜੋ ਕਿ ਅਸੀਂ ਜੋਤੀ ਸਰੂਪ ਗੁਰਦੁਆਰਾ ਸਾਹਿਬ ਜੋ ਕਿ ਪਵਿੱਤਰ ਸਥਾਨ ਉੱਥੋਂ ਚੱਲ ਕੇ ਅਰਦਾਸ ਕਰਕੇ ਤੇ ਇੱਥੇ ਪਹੁੰਚੇ ਚੰਡੀਗੜ੍ਹ ਬਾਰਡਰ ਤੇ ਗਵਰਨਰ ਸਾਹਿਬ ਦੇ ਨਾਲ ਜੋ ਕਿ ਮੀਟਿੰਗ ਹੋਣ ਤੋਂ ਬਾਅਦ ਬੰਦੀ ਸਿੰਘਾਂ ਦੀ ਰਿਹਾਈ ਦੀ ਜੋ ਅੱਜ ਗੱਲ ਤੁਹਾਡੇ ਸਾਹਮਣੇ ਆ ਚੁੱਕੀ ਹੈ। ਮੇਰੇ ਤੋਂ ਪਹਿਲਾਂ ਬੁਲਾਰਿਆਂ ਨੇ ਆਪ ਜੀ ਨੂੰ ਸਭ ਕੁਝ ਦੱਸ ਦਿੱਤਾ ਹੈ। ਮੈਂ ਇੱਕ ਬੇਨਤੀ ਕਰਾਂਗਾ ਕਿ ਨੌਜਵਾਨੋ, ਸਾਨੂੰ ਤੁਹਾਡੇ ਤੇ ਮਾਣ ਹੈ। ਜਿਸ ਤਰ੍ਹਾਂ ਤੁਸੀਂ ਅੱਜ ਹੀ ਨਹੀਂ, ਇਹ ਪਹਿਲਾਂ ਵੀ ਜਦੋਂ 26 ਨਵੰਬਰ 2020 ਨੂੰ ਵੀ ਜਦੋਂ ਤੁਸੀਂ ਬਹੁਤ ਵੱਡੀ ਗਿਣਤੀ ਵਿੱਚ ਦਿੱਲੀ ਨੂੰ ਚਾਲੇ ਪਾਏ ਸੀ, ਦਿੱਲੀ ਜਿੱਤ ਕੇ ਆਏ, ਤੇ ਅੱਜ ਤੁਸੀਂ ਦੂਸਰੀ ਵਾਰ ਇਹ ਚੰਡੀਗੜ੍ਹ ਇੱਥੇ ਪਹੁੰਚ ਕੇ ਤੇ ਬੰਦੀ ਸਿੰਘਾਂ ਦੀ ਰਿਹਾਈ ਕਰਕੇ ਕਰਵਾ ਕੇ ਜੋ ਉੱਥੋਂ ਉਹਨਾਂ ਤੋਂ ਵਿਸ਼ਵਾਸ ਲਿਆ ਗਵਰਨਰ ਸਾਹਿਬ ਤੋਂ, ਬਹੁਤ ਵੱਡੀ ਪ੍ਰਾਪਤੀ ਹੈ। ਜਿੱਥੇ ਮੈਂ ਤੁਹਾਨੂੰ ਵਧਾਈ ਦੇਣਾ ਹੈ, ਉਹਦੇ ਨਾਲ ਤੁਹਾਨੂੰ ਬੇਨਤੀ ਕਰਦਾ ਹੈ ਕਿ ਤੁਸੀਂ ਤੁਹਾਡੇ ਸਾਨੂੰ ਜਜ਼ਬਾਤ ਦੀ ਜ਼ਰੂਰਤ ਹੈ, ਪਰ ਇਸ ਜਜ਼ਬਾਤ ਦੇ ਨਾਲ, ਜੋਸ਼ ਦੇ ਨਾਲ, ਹੋਸ਼ ਜਿਸ ਤਰ੍ਹਾਂ ਤੁਸੀਂ ਹੁਣ ਤੱਕ ਰੱਖੀ ਹੈ, ਇਸੇ ਤਰ੍ਹਾਂ ਅੱਗੇ ਰੱਖਣੀ ਹੈ। ਔਰ ਮੈਂ ਬੇਨਤੀ ਕਰਾਂਗਾ ਕਿ ਗਵਰਨਰ ਸਾਹਿਬ ਨੇ ਜ਼ਬਾਨੀ ਜੋ ਇਹਨਾਂ ਦੇ ਨਾਲ ਸਾਡੇ ਆਗੂਆਂ ਨਾਲ ਸਾਡੇ ਨਾਲ ਉੱਥੇ ਵਾਅਦਾ ਕੀਤਾ ਹੈ, ਜੇ ਕਿਸੇ ਕਿਸਮ ਦੀ ਕੋਈ ਵੀ ਕੋਤਾਹੀ ਹੋਈ ਤਾਂ ਫਿਰ ਇਸ ਤੋਂ ਵੀ ਵੱਧ ਗਿਣਤੀ ਵਿੱਚ
ਅਸੀਂ ਇਸੇ ਤਰ੍ਹਾਂ ਹੀ ਅੱਗੇ ਚੱਲਣਾ ਹੈ। ਸੋ ਇਸ ਗੱਲ ਦੇ ਨਾਲ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਹੋਇਆ ਔਰ ਅਕਾਲ ਪੁਰਖ ਦਾ ਸ਼ੁਕਰਾਨਾ ਕਰਦਾ ਹੋਇਆ ਬਹੁਤ ਬਹੁਤ ਧੰਨਵਾਦ। ਬਲਾਉ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਾਪੂ ਗੁਰਚਰਨ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਫੇਰ ਦਿਲ ਦੀ ਦੁਕਾਈਆਂ ਆਈਆਂ ਸੰਗਤਾਂ ਦਾ, ਖਾਸ ਕਰਕੇ ਨੌਜਵਾਨਾਂ ਦਾ, ਵੱਖ-ਵੱਖ ਸ਼ਖਸੀਅਤਾਂ ਦਾ, ਜਿਨ੍ਹਾਂ ਨੇ ਅੱਜ ਇਸ ਮਾਰਚ 'ਚ ਬਹੁਤ ਵੱਡਾ ਯੋਗਦਾਨ ਪਾਇਆ, ਉਹਨਾਂ ਦੀ ਮਿਹਨਤ ਸਦਕਾ ਹੀ ਜਿਹੜਾ ਅੱਜ ਸਾਨੂੰ ਪ੍ਰਾਪਤੀ ਹੋਈ ਹੈ। ਇਹ ਤੁਹਾਡੇ ਇਕੱਠ ਦੇ ਸਾਹਮਣੇ ਇੱਕ ਸਰਕਾਰ ਝੁਕੀ ਹੈ, ਕਿਉਂਕਿ ਅੱਜ ਜਿੰਨਾ ਇਕੱਠ ਹੋਇਆ ਉਹ ਸਵੇਰ ਤੋਂ ਹੀ ਵੱਖ-ਵੱਖ ਇੰਟੈਲੀਜੈਂਸੀਆਂ ਰਾਹੀਂ ਉਹਦੀਆਂ ਰਿਪੋਰਟਾਂ ਸਰਕਾਰ ਕੋਲ ਪਹੁੰਚ ਰਹੀਆਂ ਸੀ। ਸੋ ਅੱਜ ਵੱਡੀ ਪ੍ਰਾਪਤੀ ਹੋਈ ਹੈ। ਉਸ ਮੌਕੇ ਤੇ ਗਵਰਨਰ ਨੇ ਵਾਅਦਾ ਕੀਤਾ ਕਿ ਮੈਂ ਉਹਨਾਂ ਸਿੰਘਾਂ ਨੂੰ ਉਹਨਾਂ ਦੀ ਪੱਕੀ ਰਿਹਾਈ ਕਰਾਵਾਂਗਾ। ਅੱਜ ਹੁਣ ਮੇਰੇ ਵੱਲੋਂ, ਜਥੇਦਾਰ ਜਗਤਾਰ ਸਿੰਘ ਹਵਾਰਾ ਵੱਲੋਂ, ਅਕਾਲ ਯੂਥ ਹਵਾਰਾ ਕਮੇਟੀ ਵੱਲੋਂ, ਵਰਲਡ ਸਿੱਖ ਪਾਰਲੀਮੈਂਟ ਵੱਲੋਂ ਆਈਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਹੁਣ ਆਪਾਂ ਆਪਣੇ ਆਪਣੇ ਘਰਾਂ ਨੂੰ ਬੜੇ ਆਰਾਮ ਨਾਲ ਚਾਲੇ ਪਾਣੇ ਹੈ। ਅਗਲਾ ਕੋਈ ਵੀ ਪ੍ਰੋਗਰਾਮ ਹੋਏਗਾ, ਜੋ ਕਾਲ ਆਏਗੀ, ਤੁਹਾਡਾ ਕੋਈ ਪ੍ਰੋਗਰਾਮ ਹੋਏਗਾ, ਅਸੀਂ ਵੱਧ ਚੜ ਕੇ ਹਿੱਸਾ ਲਵਾਂਗੇ। ਸੋ ਅਸੀਂ ਰਲ ਮਿਲ ਕੇ ਆਪਣੇ ਜਿਹੜੇ ਪੰਥਕ ਮਸਲੇ ਉਹ ਹੱਲ ਕਰਾ ਸਕੀਏ। ਅੱਗੇ ਤੋਂ ਆਪਾਂ ਇਕਜੁੱਟ ਹੋ ਕੇ ਤੁਰੀਏ। ਅੱਜ ਦੇ ਤੁਸੀਂ ਇਸ ਇਕੱਠ ਦੇ ਵਧਾਈ ਦੇ ਪਾਤਰ ਹੈ। ਫਿਰ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਹੋਇਆ ਫਤਿਹ ਬੁਲਾਉਂਦਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।